ਹੈਲੋ ਸਟੂਡੈਂਟਸ, ਆਓ ਆਪਾਂ ਇੱਕ ਕਹਾਣੀ ਪੜ੍ਹੀਏ ਜੋ ਉਸ ਦਿਨ ਰਹਿ ਗਈ ਸੀ। ਇਹ ਕਹਾਣੀ ਸੀ ਇੱਕ ਚਿੱਟੀ ਜੂੰ ਅਤੇ ਖਟਮਲ ਦੀ। ਇੱਕ ਚਿੱਟੀ ਜੂੰ ਜੋ ਰਾਜੇ ਦੇ ਕਮਰੇ ਵਿੱਚ ਰਹਿੰਦੀ ਸੀ, ਉਸ ਦਾ ਸਵਾਦੀ ਖੂਨ ਚੂਸਦੀ ਸੀ ਅਤੇ ਇੱਕ ਦਿਨ ਅਚਾਨਕ ਹੀ ਉਸ ਦੇ ਨਾਲ ਰਾਜੇ ਦੇ ਕਮਰੇ ਵਿੱਚ ਇੱਕ ਖਟਮਲ ਆ ਵੜਦਾ ਹੈ। ਤਾਂ ਜੋ ਜੂੰ ਹੁੰਦੀ ਹੈ ਉਹ ਖਟਮਲ ਨੂੰ ਕਹਿੰਦੀ ਹੈ ਕਿ ਤੂੰ ਇੱਥੇ ਕੀ ਕਰਨ ਆਇਆ ਹੈ, ਕਿ ਜੇਕਰ ਕਿਸੇ ਨੂੰ ਪਤਾ ਲੱਗ ਗਿਆ ਤਾਂ ਆਪਣੀ ਦੋਨਾਂ ਦੀ ਹੀ ਖੈਰ ਨਹੀਂ। ਪਰ ਜੋ ਖਟਮਲ ਹੁੰਦਾ ਹੈ ਉਹ ਬਹੁਤ ਹੀ ਚਲਾਕ ਹੁੰਦਾ ਹੈ। ਉਹ ਹੱਥ ਜੋੜ ਕੇ ਚਲਾਕੀ ਨਾਲ ਜੂੰ ਨੂੰ ਕਹਿੰਦਾ ਹੈ ਕਿ ਉਸਨੇ ਬਹੁਤ ਹੀ ਸਾਰੇ ਇਨਸਾਨਾਂ ਦਾ ਖੂਨ ਪੀਤਾ ਹੈ, ਕਿਸੇ ਦਾ ਮਿੱਠਾ, ਕਿਸੇ ਦਾ ਕੌੜਾ ਅਤੇ ਕਿਸੇ ਦਾ ਖੱਟਾ ਵੀ ਹੁੰਦਾ ਹੈ, ਪਰ ਅੱਜ ਤੱਕ ਉਸਨੇ ਕਿਸੇ ਰਾਜੇ ਦਾ ਖੂਨ ਨਹੀਂ ਚੱਕਿਆ। ਤਾਂ ਉਹ ਕਹਿੰਦਾ ਹੈ ਚਿੱਟੀ ਜੂੰ ਨੂੰ ਕਿ ਜੇ ਤੂੰ ਮੈਨੂੰ ਆਪਣੇ ਮਹਿਮਾਨ ਬਣਾ ਲਵੇਂ ਤਾਂ ਮੈਂ ਕੁਝ ਦਿਨ ਇੱਥੇ ਰਹਿ ਕੇ ਰਾਜੇ ਦਾ ਜੋ ਮਿੱਠਾ ਖੂਨ ਹੈ ਉਹ ਚੱਖ ਸਕਦਾ ਹਾਂ। ਆਓ ਆਪਾਂ ਅੱਗੇ ਪੜ੍ਹਦੇ ਹਾਂ ਕਿ ਅੱਗੇ ਕੀ ਹੁੰਦਾ ਹੈ, ਕਿ ਜੂੰ ਇਹ ਗੱਲ ਮੰਨਦੀ ਹੈ ਜਾਂ ਨਹੀਂ ਮੰਨਦੀ ਹੈ। ਚਿੱਟੀ ਜੂੰ ਖਟਮਲ ਦੀਆਂ ਚਿਕਨੀਆਂ ਚੁਪੜੀਆਂ ਗੱਲਾਂ ਵਿੱਚ ਆ ਗਈ। ਤਾਂ ਜਦੋਂ ਖਟਮਲ ਜੂੰ ਨੂੰ ਕਹਿੰਦਾ ਹੈ ਕਿ ਮੈਂ ਜੇ ਕੁਝ ਦਿਨਾਂ ਲਈ ਤੇਰਾ ਮਹਿਮਾਨ ਬਣ ਜਾਵਾਂ, ਤਾਂ ਜੋ ਜੂੰ ਹੁੰਦੀ ਹੈ ਉਹ ਉਸ ਦੀਆਂ ਗੱਲਾਂ ਵਿੱਚ ਆ ਜਾਂਦੀ ਹੈ। ਕਹਿਣ ਲੱਗੀ, ਦੇਖ ਭਰਾਵਾ, ਮੈਂ ਤਾਂ ਰਾਜੇ ਦਾ ਖੂਨ ਬੜੇ ਹੀ ਪਿਆਰ ਨਾਲ ਚੂਸਦੀ ਹਾਂ। ਤਾਂ ਉਹ ਕਹਿੰਦੀ ਹੈ ਕਿ ਦੇਖ ਭਰਾਵਾ, ਮੈਂ ਰਾਜੇ ਦਾ ਖੂਨ ਬਹੁਤ ਹੀ ਪਿਆਰ ਨਾਲ ਚੂਸਦੀ ਹਾਂ ਕਿ ਉਸ ਨੂੰ ਪਤਾ ਵੀ ਨਹੀਂ ਲੱਗਦਾ ਕਿ ਮੈਂ ਉਸ ਦਾ ਖੂਨ ਚੂਸ ਰਹੀ ਹਾਂ ਜਾਂ ਨਹੀਂ। ਇੰਨੇ ਪਿਆਰ ਨਾਲ ਕਿ ਰਾਜੇ ਨੂੰ ਪਤਾ ਹੀ ਨਹੀਂ ਲੱਗਦਾ। ਉਹ ਇੰਨੇ ਪਿਆਰ ਨਾਲ ਉਸ ਦਾ ਖੂਨ ਚੂਸਦੀ ਸੀ ਕਿ ਰਾਜੇ ਨੂੰ ਵੀ ਨਹੀਂ ਪਤਾ ਲੱਗਦਾ ਸੀ ਕਿ ਜੂੰ ਉਸ ਨੂੰ ਕੱਟ ਰਹੀ ਹੈ ਅਤੇ ਉਸ ਦਾ ਖੂਨ ਚੂਸ ਰਹੀ ਹੈ। ਤੂੰ ਵੀ ਬੜੇ ਸਲੀਕੇ ਤੋਂ ਕੰਮ ਲਈ। ਉਹ ਕਹਿੰਦੀ ਹੈ ਕਿ ਤੂੰ ਵੀ ਇਸ ਢੰਗ ਨਾਲ ਕੰਮ ਕਰੀ, ਉਸ ਦਾ ਖੂਨ ਚੂਸੀ ਕਿ ਉਸ ਨੂੰ ਪਤਾ ਹੀ ਨਾ ਲੱਗੇ। ਭੈਣੇ, ਤੂੰ ਚਿੰਤਾ ਨਾ ਕਰ, ਮੈਂ ਰਾਜੇ ਦਾ ਖੂਨ ਉਸ ਸਮੇਂ ਪੀਣਾ ਸ਼ੁਰੂ ਕਰੂੰਗਾ ਜਦ ਤੂੰ ਪੀ ਲਏਂਗੀ, ਖਟਮਲ ਨੇ ਕਿਹਾ। ਤਾਂ ਖਟਮਲ ਕਹਿੰਦਾ ਹੈ ਕਿ ਭੈਣੇ ਤੂੰ ਚਿੰਤਾ ਨਾ ਕਰ, ਜਦੋਂ ਤੂੰ ਰਾਜੇ ਦਾ ਖੂਨ ਪੀ ਲਿਆ ਮੈਂ ਉਸ ਤੋਂ ਬਾਅਦ ਹੀ ਰਾਜੇ ਦਾ ਖੂਨ ਪੀਊਂਗਾ। ਉਹ ਦੋਵੇਂ ਗੱਲਾਂ ਕਰ ਹੀ ਰਹੇ ਸਨ ਕਿ ਰਾਜਾ ਆਪਣੇ ਕਮਰੇ ਵਿੱਚ ਆ ਗਿਆ। ਜਦੋਂ ਖਟਮਲ ਅਤੇ ਜੂੰ ਗੱਲਾਂ ਕਰ ਰਹੇ ਸਨ ਤਾਂ ਉਹ ਦੇਖਦੇ ਹਨ ਕਿ ਜੋ ਰਾਜਾ ਹੈ ਉਹ ਆਪਣੇ ਕਮਰੇ ਵਿੱਚ ਆ ਗਿਆ। ਜਿਉਂ ਹੀ ਰਾਜਾ ਪਲੰਘ 'ਤੇ ਬੈਠਾ, ਖਟਮਲ ਦੇ ਮੂੰਹ ਵਿੱਚ ਪਾਣੀ ਭਰ ਆਇਆ। ਜਿਵੇਂ ਹੀ ਰਾਜਾ ਆ ਕੇ ਆਪਣੇ ਪਲੰਘ 'ਤੇ ਬਿਸਤਰ 'ਤੇ ਬੈਠਿਆ ਤਾਂ ਜੋ ਖਟਮਲ ਹੈ ਉਸ ਦੇ ਮੂੰਹ ਵਿੱਚ ਪਾਣੀ ਆ ਗਿਆ। ਉਸ ਨੇ ਰਾਜੇ ਨੂੰ ਕੱਟ ਲਿਆ। ਤਾਂ ਜਿਵੇਂ ਹੀ ਰਾਜਾ ਪਲੰਘ 'ਤੇ ਬੈਠਾ ਤਾਂ ਜੋ ਖਟਮਲ ਹੈ ਉਸਨੇ ਬੜੀ ਹੀ ਹੁਸ਼ਿਆਰੀ ਨਾਲ ਜੋ ਰਾਜੇ ਨੂੰ ਕੱਟ ਲਿਆ, ਉਸਦੇ ਖੂਨ ਜੋ ਸੀ ਉਹ ਚੂਸਣ ਲੱਗਾ। ਤਾਂ ਜਿਉਂ ਹੀ ਰਾਜੇ ਨੂੰ ਖਟਮਲ ਨੇ ਦੰਦੀ ਵੱਢੀ, ਰਾਜਾ ਤੜਪ ਕੇ ਪਲੰਘ ਤੋਂ ਉੱਠ ਖੜਾ ਹੋਇਆ। ਤਾਂ ਜਿਵੇਂ ਹੀ ਖਟਮਲ ਨੇ ਰਾਜੇ ਦੇ ਦੰਦੀ ਵੱਢੀ ਤਾਂ ਰਾਜੇ ਨੂੰ ਪਤਾ ਲੱਗਾ ਅਤੇ ਉਹ ਤੜਫ ਕੇ ਆਪਣਾ ਜੋ ਪਲੰਘ ਹੈ ਉਸ ਤੋਂ ਖੜਾ ਹੋ ਗਿਆ। ਚੀਖਦਾ ਹੋਇਆ ਰਾਜਾ ਬੋਲਿਆ, ਇਸ ਪਲੰਘ 'ਚ ਜਾਂ ਜੂੰ ਹੈ ਜਾਂ ਖਟਮਲ, ਮੈਨੂੰ ਬੁਰੀ ਤਰ੍ਹਾਂ ਕੱਟਿਆ ਹੈ। ਤਾਂ ਰਾਜੇ ਨੂੰ ਪਤਾ ਲੱਗ ਜਾਂਦਾ ਹੈ ਜਿਵੇਂ ਹੀ ਖਟਮਲ ਉਸ ਨੂੰ ਕੱਟ ਦਿੰਦਾ ਹੈ ਅਤੇ ਉਸ ਦਾ ਖੂਨ ਚੂਸਣ ਲੱਗਦਾ ਹੈ ਤਾਂ ਰਾਜਾ ਤੜਫ ਕੇ ਉੱਠ ਖੜਦਾ ਹੈ ਅਤੇ ਕਹਿੰਦਾ ਹੈ ਕਿ ਜਾਂ ਇਸ ਬਿਸਤਰ 'ਤੇ ਜੂੰ ਹੈ ਅਤੇ ਜਾਂ ਖਟਮਲ ਹੈ। ਆਓ ਆਪਾਂ ਅੱਗੇ ਦੇਖੀਏ ਕੀ ਹੁੰਦਾ ਹੈ। ਰਾਜੇ ਦੇ ਨੌਕਰ ਰਾਜੇ ਦੇ ਬੋਲ ਸੁਣ ਕੇ ਭੱਜ ਆਏ। ਉਹਨਾਂ ਪਲੰਘ ਤੋਂ ਬਿਸਤਰਾ ਚੁੱਕਿਆ ਅਤੇ ਲੱਗੇ ਦੇਖਣ। ਕੀ ਹੁੰਦਾ ਹੈ ਕਿ ਜਦੋਂ ਰਾਜਾ ਉੱਚੀ ਉੱਚੀ ਬੋਲਦਾ ਹੈ ਕਿ ਉਸ ਨੂੰ ਖਟਮਲ ਜਾਂ ਜੂੰ ਨੇ ਕੱਟ ਲਿਆ ਹੈ ਤਾਂ ਜੋ ਰਾਜੇ ਦੇ ਮਹਿਲ ਦੇ ਨੌਕਰ ਹੁੰਦੇ ਹਨ ਉਹ ਉਸ ਦੀ ਆਵਾਜ਼ ਸੁਣ ਕੇ ਭੱਜ ਕੇ ਉਸ ਦੇ ਕਮਰੇ ਵਿੱਚ ਆਉਂਦੇ ਹਨ ਅਤੇ ਬਿਸਤਰਾ ਚੁੱਕ ਕੇ ਦੇਖਣ ਲੱਗਦੇ ਹਨ ਕਿ ਇੱਥੇ ਖਟਮਲ ਹੈ ਜਾਂ ਜੂੰ ਹੈ। ਖਟਮਲ ਤਾਂ ਬੜਾ ਚੁਸਤ ਸੀ। ਉਹ ਇੱਕਦਮ ਲੱਕੜੀ ਦੀ ਤਰੇੜ ਵਿੱਚ ਵੜ ਗਿਆ।
ਜੂੰ ਤਾਂ ਝੱਟ ਨੌਕਰਾਂ ਦੇ ਨਜ਼ਰੀ ਚੜ੍ਹ ਗਈ। ਤਾਂ ਕੀ ਹੁੰਦਾ ਹੈ, ਜੋ ਖਟਮਲ ਹੈ ਉਹ ਬਹੁਤ ਹੀ ਚਲਾਕ ਸੀ ਅਤੇ ਉਹ ਕੀ ਕਰਦਾ ਹੈ, ਜੋ ਰਾਜੇ ਦੇ ਪਲੰਗ 'ਚ ਇੱਕ ਦਰਾੜ ਆਈ ਹੁੰਦੀ ਹੈ, ਜੋ ਥੋੜ੍ਹੀ ਜਿਹੀ ਜਗ੍ਹਾ ਬਚੀ ਹੁੰਦੀ ਹੈ ਲੱਕੜੀ ਦੇ ਵਿੱਚ, ਤਾਂ ਜੋ ਖਟਮਲ ਹੁੰਦਾ ਹੈ ਉਹ ਭੱਜ ਕੇ ਉਸ ਵਿੱਚ ਵੜ ਜਾਂਦਾ ਹੈ ਅਤੇ ਜੋ ਜੂੰ ਹੁੰਦੀ ਹੈ ਉਹ ਉਸ ਦੇ ਨੌਕਰਾਂ ਦੇ ਨਜ਼ਰ ਵਿੱਚ ਝੱਟ ਆ ਜਾਂਦੀ ਹੈ। ਫਿਰ ਕੀ ਸੀ, ਜੂੰ ਨੂੰ ਫੜ ਕੇ ਨਹੁੰ 'ਤੇ ਰੱਖ ਕੇ ਇੱਕ ਨੌਕਰ ਨੇ ਉਸ ਦਾ ਪਟਾਕਾ ਵਜਾ ਦਿੱਤਾ। ਤਾਂ ਫਿਰ ਕੀ ਹੁੰਦਾ ਹੈ, ਜੋ ਇੱਕ ਨੌਕਰ ਹੁੰਦਾ ਹੈ ਉਹ ਜੂੰ ਨੂੰ ਫੜ ਕੇ ਆਪਣੇ ਨਹੁੰ 'ਤੇ ਰੱਖ ਕੇ ਜੋ ਜੂੰ ਹੁੰਦੀ ਹੈ ਉਸ ਨੂੰ ਦੂਸਰੇ ਨਹੁੰ ਨਾਲ ਮਾਰ ਦਿੰਦਾ ਹੈ। ਜੂੰ ਤਾਂ ਜ਼ਿੰਦਗੀ ਤੋਂ ਹੱਥ ਧੋ ਗਈ ਅਤੇ ਚਲਾਕ ਖਟਮਲ ਬਚ ਗਿਆ। ਖਟਮਲ ਇੰਨਾ ਚਲਾਕ ਸੀ ਕਿ ਜੂੰ ਨੂੰ ਆਪਣੀ ਜਾਨ ਗਵਾਉਣੀ ਪਈ ਉਸ ਪਿੱਛੇ, ਕਿਉਂਕਿ ਉਹ ਭੱਜ ਕੇ ਇੱਕ ਦਰਾੜ ਵਿੱਚ ਵੜ ਗਿਆ ਅਤੇ ਜੂੰ ਨਹੀਂ ਗਈ, ਜੋ ਕਿ ਉਸ ਦੇ ਨੌਕਰਾਂ ਦੇ ਨਜ਼ਰੀ ਵਿੱਚ ਆ ਗਈ ਅਤੇ ਉਸ ਨੂੰ ਅਖੀਰ ਵਿੱਚ ਮਰਨਾ ਪਿਆ। ਸਿਆਣੇ ਤਾਂ ਹੀ ਕਹਿੰਦੇ ਨੇ, ਚਲਾਕ ਲੋਕਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਚਲਾਕ ਲੋਕਾਂ ਤੋਂ ਬੰਦਾ ਧੋਖੇ ਨਾਲ ਮਾਰਿਆ ਵੀ ਜਾਂਦਾ ਹੈ, ਜਿਵੇਂ ਖਟਮਲ ਨੇ ਜੂੰ ਨੂੰ ਮਰਵਾ ਦਿੱਤਾ ਸੀ। ਤਾਂ ਸਿਆਣੇ ਕਹਿੰਦੇ ਹਨ ਕਿ ਸਾਨੂੰ ਚਲਾਕ ਲੋਕਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ, ਉਹਨਾਂ ਤੋਂ ਦੂਰ ਹੀ ਰਹੀਏ ਤਾਂ ਚੰਗਾ ਹੈ, ਕਿਉਂਕਿ ਜਿਸ ਤਰ੍ਹਾਂ ਜੂੰ ਨੂੰ ਖਟਮਲ ਕਰਕੇ ਮਰਨਾ ਪਿਆ, ਤਾਂ ਚਲਾਕ ਲੋਕ ਇੰਨਾ ਵੀ ਧੋਖਾ ਦੇ ਸਕਦੇ ਹਨ ਕਿ ਦੂਸਰੇ ਇਨਸਾਨ ਨੂੰ ਮਰਨਾ ਵੀ ਪੈ ਸਕਦਾ ਹੈ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਹੈ ਜੋ ਸਮਝ ਆਈ ਹੋਊਗੀ ਅਤੇ ਤੁਸੀਂ ਆਪਣੀ ਅਸਲ ਜ਼ਿੰਦਗੀ ਵਿੱਚ ਵੀ ਅਪਣਾਓਗੇ। ਤੁਸੀਂ ਇਸ ਕਹਾਣੀ ਨੂੰ ਇੱਕ ਵਾਰ ਫਿਰ ਜ਼ਰੂਰ ਤੋਂ ਪੜ੍ਹਨਾ ਹੈ ਅਤੇ ਇਸ ਤੋਂ ਸਿੱਖਿਆ ਪ੍ਰਾਪਤ ਕਰਨੀ ਹੈ। ਸਿੱਖਿਆ ਕਿ ਸਾਨੂੰ ਜੋ ਚਲਾਕ ਲੋਕ ਹੈ ਉਹਨਾਂ ਤੋਂ ਬਚਣਾ ਚਾਹੀਦਾ ਹੈ। ਧੰਨਵਾਦ।